ਅਧਿਆਤਮਿਕ ਭਾਸ਼ਾ ਵਿੱਚ ਯੋਗ ਉਸ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ ਜਿਸ ਦੇ ਦੁਆਰਾ ਦੋ ਪ੍ਰਮੁੱਖ ਅਧਿਆਤਮਿਕ ਤੱਤਾਂ ਦਾ ਮੇਲ ਹੁੰਦਾ ਹੈ। ਮਸਤਕ ਅਤੇ ਹਿਰਦੇ ਨੂੰ, ਮਾਇਆ ਅਤੇ ਮੁਕਤੀ ਨੂੰ, ਪਾਪ ਅਤੇ ਪੁੰਨ ਨੂੰ, ਮਨ ਅਤੇ ਆਤਮਾ ਨੂੰ ਇੱਕ ਸੂਤਰ ਵਿੱਚ ਬੰਨ੍ਹਣ ਕੇਂਦਰੀਕਰਨ ਕਰਕੇ ਦਵੈਤ ਸਮਾਪਤ ਹੋ ਕੇ ਅਦਵੈਤ ਬਣ ਜਾਂਦਾ ਹੈ ਅਤੇ ਵਿਛੋੜਾ ਦੂਰ ਹੋ ਕੇ ਏਕੀਕਰਨ ਦਾ ਬ੍ਰਹਮ ਆਨੰਦ ਪ੍ਰਾਪਤ ਹੋਣ ਲੱਗਦਾ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾਚਾਰਿਆ। ਪੁਸਤਕ ਦਾ ਨਾਮ ਗਾਇਤਰੀ ਯੋਗ। ਪੁਸਤਕ ਦੀ ਜਾਣਕਾਰੀ। ਯੋਗ ਦਾ ਅਰਥ ਹੈ ਮਿਲਣਾ, ਜੁੜਨਾ। ਦੋ ਵਸਤੂਆਂ ਜਦੋਂ ਆਪਸ ਵਿੱਚ ਮਿਲਦੀਆਂ ਹਨ ਤਾਂ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਮੇਲ ਹੋ ਗਿਆ। ਗੰਦਾ ਨਾਲਾ ਜਦੋਂ ਗੰਗਾ ਵਿੱਚ ਮਿਲ ਜਾਂਦਾ ਹੈ ਤਾਂ ਉਹ ਗੰਗਾ ਜਲ ਬਣ ਜਾਂਦਾ ਹੈ। ਪ੍ਰਸ਼ਨ ਇਹ ਹੈ ਕਿ ਉਹ ਕਿਹੜੀ ਸ਼ਕਤੀ ਹੈ ਜਿਸ ਨਾਲ ਜੁੜ ਜਾਣ ਤੇ ਸਾਡੇ ਸਾਰੇ ਦੁੱਖ ਸਮਾਪਤ ਹੋ ਜਾਂਦੇ ਹਨ। ਉੱਤਰ ਹੈ ਸਿਰਫ ਪਰਮਾਤਮਾ ਹੀ ਉਹ ਸ਼ਕਤੀ ਹੈ ਜਿਸ ਨਾਲ ਜੁੜਨ ਤੇ ਅਸੀਂ ਪੂਰਨਤਾ ਪ੍ਰਾਪਤ ਕਰਦੇ ਹਾਂ, ਤੁੱਛ ਤੋਂ ਮਹਾਨ ਬਣ ਜਾਂਦੇ ਹਾਂ। ਇਸ ਮਿਲਾਪ ਤੋਂ ਇੱਕ ਅਜਿਹੀ ਅੰਦਰੂਨੀ ਤ੍ਰਿਪਤੀ ਮਿਲਦੀ ਹੈ ਜਿਸ ਦੀ ਤੁਲਨਾ ਵਿੱਚ ਸੰਸਾਰ ਦੇ ਸਾਰੇ ਸੁੱਖ ਬੇਕਾਰ ਲੱਗਦੇ ਹਨ। ਇਸ ਤਰ੍ਹਾਂ ਦੇ ਆਨੰਦ ਨੂੰ ਜੀਵਨ ਮੁਕਤੀ, ਪਰਮਾਨੰਦ, ਯਮ ਨਿਯਮ, ਸਮਾਧੀ, ਨਿਰਵਾਣ ਆਦਿ ਨਾਂ ਤੋਂ ਜਾਣਿਆ ਜਾਂਦਾ ਹੈ। ਇਹੀ ਜੀਵਨ ਦਾ ਅਸਲੀ ਉਦੇਸ਼ ਹੈ। ਪਰ ਇਹ ਉਦੇਸ਼ ਪੂਰਾ ਕਿਵੇਂ ਹੋਵੇਗਾ? ਇਸ ਦਾ ਸਭ ਤੋਂ ਸਰਲ ਮਾਧਿਅਮ ਕੀ ਹੈ? ਗਾਇਤਰੀ ਮੰਤਰ ਦੀ ਉਪਾਸਨਾ ਹੀ ਉਹ ਸਾਧਨ ਹੈ ਜੋ ਸ੍ਰਿਸ਼ਟੀ ਦੀ ਉਸ ਮੂਲ ਸ਼ਕਤੀ ਦੇ ਨਾਲ ਸੰਬੰਧ ਸਥਾਪਿਤ ਕਰਦਾ ਹੈ ਜੋ ਸੰਸਾਰ ਦੀ ਆਤਮਾ ਕਹੇ ਜਾਣ ਵਾਲੇ ਸਵਿਤਾ ਦਾ ਵੀ ਸੰਚਾਲਨ ਕਰਦੀ ਹੈ। ਇਸ ਸੰਦਰਭ ਵਿੱਚ ਬਹੁਤ ਸਾਰੇ ਪ੍ਰਸ਼ਨ ਸਾਡੇ ਮਨ ਵਿੱਚ ਉੱਠਦੇ ਹਨ। ਇਹਨਾਂ ਦੁਆਦਸ਼ ਸ਼ਕਤੀਆਂ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ? ਇਹਨਾਂ ਸ਼ਕਤੀਆਂ ਨੂੰ ਆਕਰਸ਼ਿਤ ਕਰਨ ਦਾ ਕੀ ਮਾਧਿਅਮ ਹੈ? ਯੋਗ ਦੇ ਇਸ ਤਰ੍ਹਾਂ ਤਾਂ ਅਣਗਿਣਤ ਭੇਦ ਹਨ। ਸਾਨੂੰ ਕਿਹੜਾ ਅਪਣਾਉਣਾ ਚਾਹੀਦਾ ਹੈ? ਆਤਮਾ ਨੂੰ ਪਰਮਾਤਮਾ ਤੱਕ ਪਹੁੰਚਾਉਣ ਦਾ ਮਾਰਗ ਕੀ ਹੈ? ਇਹਨਾਂ ਸਾਰੇ ਪ੍ਰਸ਼ਨ ਲੈ ਕੇ ਪੇਸ਼ ਹੈ ਗਾਇਤਰੀ ਯੋਗ। ਇਹ ਪੁਸਤਕ ਜੋ ਗਾਇਤਰੀ ਯੋਗ ਦੀ ਵੱਖ-ਵੱਖ ਪੱਧਤੀਆਂ ਬਾਰੇ ਦੱਸਦੀ ਹੈ, ਜਿਸ ਦੇ ਦੁਆਰਾ ਅਸੀਂ ਆਪਣੇ ਸਾਰੇ ਦੁੱਖਾਂ ਦਾ ਨਾਸ਼ ਕਰਕੇ ਪਰਮ ਪਦ ਨੂੰ ਪ੍ਰਾਪਤ ਕਰਦੇ ਹਾਂ। ਪੁਸਤਕ ਦੇ ਕੁਝ ਅੰਸ਼। ਆਤਮਾ ਪਰਮਾਤਮਾ ਦਾ ਅੰਸ਼ ਹੈ। ਜੋ ਗੁਣ, ਜੋ ਵਿਸ਼ੇਸ਼ਤਾਵਾਂ, ਜੋ ਸ਼ਕਤੀ ਪਰਮਾਤਮਾ ਵਿੱਚ ਹੈ, ਉਹ ਗੁਣ ਆਤਮਾ ਵਿੱਚ ਵੀ ਹਨ, ਪਰ ਉਹਨਾਂ ਦਾ ਪ੍ਰਗਟਾਵਾ ਇਸ ਲਈ ਨਹੀਂ ਹੁੰਦਾ ਕਿਉਂਕਿ ਉਸਦਾ ਆਤਮ ਪ੍ਰਕਾਸ਼ ਮਾਇਆ ਦੀ ਗੰਦਗੀ ਤੋਂ ਢੱਕਿਆ ਰਹਿੰਦਾ ਹੈ। ਇਹ ਪਰਦਾ ਜਦੋਂ ਦੂਰ ਹੋਣ ਲੱਗਦਾ ਹੈ ਤਾਂ ਮਨੁੱਖ ਮਾਇਆ ਜਾਲ ਵਿੱਚ ਨਾ ਫਸਦਾ ਹੋਇਆ ਯੋਗ ਸਿੱਧ ਹੋ ਜਾਂਦਾ ਹੈ। ਯੋਗ ਸਾਧਨਾ ਭਾਵੇਂ ਕਿਸੇ ਵੀ ਪਰੰਪਰਾ ਦੇ ਅਨੁਸਾਰ ਕਿਉਂ ਨਾ ਕੀਤੀ ਜਾਵੇ, ਪਰ ਉਹਨਾਂ ਦਾ ਆਧਾਰ ਕੁਦਰਤ ਦੀ ਉਹ ਸੰਚਾਲਨ ਸ਼ਕਤੀ ਹੋਵੇਗੀ ਜਿਸ ਦੇ ਮਾਧਿਅਮ ਤੋਂ ਸੂਖਮ ਖੇਤਰਾਂ ਵਿੱਚੋਂ ਵਿਸ਼ੇਸ਼ ਸ਼ਕਤੀਆਂ ਨੂੰ ਆਕਰਸ਼ਿਤ ਕੀਤਾ ਜਾ ਸਕਦਾ ਹੈ। ਇਸ ਸੰਚਾਲਨ ਸ਼ਕਤੀ ਦਾ ਨਾਮ ਸਾਵਿਤਰੀ ਗਾਇਤਰੀ ਹੈ। ਪਰਮਾਤਮਾ ਦੀ ਮੂਰਤ ਸਾਰੇ ਵਿਸ਼ਵ ਬ੍ਰਹਿਮੰਡ ਵਿੱਚ ਦੇਖਣਾ ਅਜਿਹੀ ਸਾਧਨਾ ਹੈ ਜਿਸ ਦੇ ਰਾਹੀਂ ਸਭ ਪਾਸੇ ਪਰਮਾਤਮਾ ਦਾ ਅਨੁਕਰਨ ਦੀ ਚੇਤਨਾ ਜਾਗ੍ਰਿਤ ਹੋ ਜਾਂਦੀ ਹੈ। ਇਹੀ ਵਿਸ਼ਵ ਮਾਨਵ ਦੀ ਪੂਜਾ ਹੈ। ਇਸ ਨੂੰ ਹੀ ਵਿਰਾਟ ਰੂਪ ਦੇ ਦਰਸ਼ਨ ਕਿਹਾ ਜਾਂਦਾ ਹੈ। ਓਂਕਾਰ ਖੁਦ ਹੀ ਈਸ਼ਵਰ ਦਾ ਸਿੱਧ ਨਾਮ ਹੈ। ਪ੍ਰਕਿਰਤੀ ਦੇ ਸੂਖਮ ਅੰਤਰਾਲ ਵਿੱਚ ਇੱਕ ਧੁਨੀ ਰਹਿੰਦੀ ਹੈ ਜਿਸ ਨੂੰ ਸੂਖਮਦਰਸ਼ੀ ਰਿਸ਼ੀਆਂ ਨੇ ਸਮਾਧੀ ਅਵਸਥਾ ਵਿੱਚ ਦੇਖਿਆ ਅਤੇ ਸੁਣਿਆ ਹੈ। ਉਸੇ ਤਰ੍ਹਾਂ ਪ੍ਰਕਿਰਤੀ ਦੇ ਗਰਭ ਵਿੱਚ ਹਰ ਪਲ ਇੱਕ ਚੋਟ ਹੁੰਦੀ ਰਹਿੰਦੀ ਹੈ ਜਿਸ ਦੀ ਕੁਝ ਦੇਰ ਤੱਕ ਗੂੰਜ ਹੁੰਦੀ ਰਹਿੰਦੀ ਹੈ। ਇਸ ਗੂੰਜ ਨੂੰ ਮਾਨਵ ਭਾਸ਼ਾ ਵਿੱਚ ਓਮ ਸ਼ਬਦ ਤੋਂ ਪੁਕਾਰਿਆ ਜਾਂਦਾ ਹੈ। ਪੂਜਾ, ਆਰਤੀ, ਵੰਦਨਾ, ਕਥਾ, ਕੀਰਤਨ, ਵਰਤ, ਉਪਵਾਸ, ਤੀਰਥ ਆਦਿ ਸਭ ਦਾ ਉਦੇਸ਼ ਮਨੁੱਖ ਦੀ ਚੇਤਨਾ ਨੂੰ ਜਾਗ੍ਰਿਤ ਕਰਨਾ ਹੈ ਕਿ ਉਸਨੂੰ ਪਰਮਾਤਮਾ ਦੀ ਨੇੜਤਾ ਯਾਦ ਰਹੇ ਅਤੇ ਉਹ ਈਸ਼ਵਰ ਦੇ ਪ੍ਰੇਮ ਅਤੇ ਸ਼ਰਧਾ ਰਾਹੀਂ ਲੋਕ ਸੇਵਾ ਦਾ ਸੰਕਲਪ ਕਰੇ ਅਤੇ ਈਸ਼ਵਰ ਦੇ ਕ੍ਰੋਧ ਤੋਂ ਡਰ ਕੇ ਪਾਪਾਂ ਤੋਂ ਬਚੇ। ਜਿਸ ਪੂਜਾ ਉਪਾਸਨਾ ਤੋਂ ਇਹ ਉਦੇਸ਼ ਸਿੱਧ ਨਾ ਹੋਵੇ ਉਹ ਬੇਕਾਰ ਹਨ। ਪੁਸਤਕ ਦੇ ਕੁਝ ਬਿੰਦੂ। ਇੱਕ ਵਿੱਚ ਅਨੇਕ ਗੁਣ। ਗਾਇਤਰੀ ਦੇ ਦੁਆਦਸ਼ ਯੋਗ।
ਪ੍ਰਣਵ ਯੋਗ ਦਾ ਬ੍ਰਹਮ ਯੋਗ, ਕੁੰਡਲਨੀ ਦੀ ਜਾਣਕਾਰੀ, ਛਟ ਚੱਕਰਾਂ ਦਾ ਜਾਗਰਣ, ਵਿਸ਼ਵ ਯੋਗ, ਧਿਆਨ ਯੋਗ।